ਹੈਲੋ एवरीवन ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ 12ਵਾਂ ਦੇਖਣ ਲੱਗੇ ਹਾਂ। ਅੱਜ ਅਸੀਂ ਅੱਗੇ ਬਿੱਲ ਆਫ ਐਕਸਚੇਂਜ ਦੀ ਗੱਲ ਕਰਾਂਗੇ। ਬਿੱਲ ਆਫ ਐਕਸਚੇਂਜ ਸਮਝਾਉਣ ਤੋਂ ਪਹਿਲਾਂ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਜਦੋਂ ਮੈਂ ਤੁਹਾਨੂੰ ਬਿੱਲ ਆਫ ਐਕਸਚੇਂਜ ਸਮਝਾ ਰਿਹਾ ਹੋਵਾਂ ਤਾਂ ਤੁਹਾਨੂੰ ਇਹਨੂੰ ਆਪਣੇ ਆਪ ਨਾਲ ਰਿਲੇਟ ਕਰਕੇ ਚੱਲਣਾ ਹੈ। ਜਦੋਂ ਮੈਂ ਇੱਕ ਐਗਜ਼ਾਮਪਲ ਸਮਝਾਵਾਂਗਾ ਤਾਂ ਤੁਹਾਨੂੰ ਇੱਕ ਆਪਣੀ ਪ੍ਰੈਕਟੀਕਲ ਲਾਈਫ ਵਿੱਚ ਮੰਨ ਕੇ ਚੱਲਣਾ ਕਿ ਇਸ ਤਰ੍ਹਾਂ ਦੀ ਇੱਕ ਇਮੈਜੀਨੇਸ਼ਨ ਬਿਠਾਉਣੀ ਜਿਹਦੇ ਨਾਲ ਤੁਹਾਨੂੰ ਨਾ ਅੱਗੇ ਜਦੋਂ ਮੈਂ ਇੱਕ ਪਾਰਟਿਸ ਦੀ ਐਂਟਰੀਸ ਦੱਸਾਂਗਾ ਤਾਂ ਤੁਹਾਨੂੰ ਇੰਨੀ ਔਖਾ ਨਹੀਂ ਹੋਏਗਾ, ਤੁਹਾਨੂੰ ਰੱਟਣਾ ਨਹੀਂ ਪਏਗਾ। ਤੁਹਾਨੂੰ ਲੋਜਿਕ ਸਮਝ ਆ ਗਿਆ ਤਾਂ ਤੁਸੀਂ ਐਂਟਰੀ ਵੀ ਉਸ ਤਰ੍ਹਾਂ ਹੀ ਸਮਝ ਆ ਜਾਏਗੀ ਤੁਹਾਨੂੰ। ਠੀਕ ਹੈ ਨਾ ਫਰੈਂਡਸ, ਇਹ ਜਿਹੜਾ ਟੋਪਿਕ ਹੈ ਉਹ ਦੋ ਪਾਰਟਸ 'ਚ ਹੀ ਆਏਗਾ। ਅਗਲੇ ਲੈਕਚਰ 'ਚ ਵੀ ਆਏਗਾ। ਪਿਛਲੇ ਲੈਕਚਰ 'ਚ ਆਪਾਂ ਨੇ MCQs ਪ੍ਰੈਕਟਿਸ ਕੀਤੀ ਸੀ। ਇਸ ਲੈਕਚਰ ਵਿੱਚ ਆਪਾਂ ਇੰਟਰੋਡਕਸ਼ਨ ਦੇਖਾਂਗੇ। ਅਗਲੇ ਲੈਕਚਰ 'ਚ ਇਹ ਪਾਰਟ ਪੂਰਾ ਕੰਪਲੀਟ ਹੋ ਜਾਏਗਾ, ਟੋਪਿਕ ਪੂਰਾ ਕੰਪਲੀਟ ਹੋ ਜਾਏਗਾ। ਅਤੇ ਮੰਨ ਕੇ ਚੱਲੋ ਕਿ ਪਾਰਟ 1 ਹੈ ਬਿੱਲ ਆਫ ਐਕਸਚੇਂਜ ਦਾ। ਤਾਂ ਜੀ ਬਿੱਲ ਆਫ ਐਕਸਚੇਂਜ ਦੀ ਗੱਲ ਕਰਾਂਗੇ। ਬਿੱਲ ਆਫ ਐਕਸਚੇਂਜ ਦਾ ਪਹਿਲਾਂ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ। ਬਿੱਲ ਆਫ ਐਕਸਚੇਂਜ ਇਜ਼ ਐਨ ਇੰਸਟਰੂਮੈਂਟ ਇਨ ਰਾਈਟਿੰਗ containing an unconditional order signed by the maker directing a certain person to pay a certain sum of money only to or to the order of the certain person or to the bearer of the instrument। ਸਪੋਜ਼ ਕਰੋ ਤੁਸੀਂ ਇਹ ਡੈਫੀਨੇਸ਼ਨ ਪੜ੍ਹ ਲੈਣਾ, ਮੈਂ ਤੁਹਾਨੂੰ ਇੱਕ ਸਿੰਪਲ ਜਿਹੇ ਟਰਮ ਨਾਲ ਸਮਝਾਉਂਦਾ। A ਹੈ, ਇੱਕ B ਹੈ। A ਨੇ 2 ਮਿੰਟ, A ਹੈ, ਇਹ B ਹੈ। A ਨੇ ਇਹ ਮਾਲ ਵੇਚਦਾ, B ਇੱਕ ਪਾਰਟੀ ਹੈ, ਉਹਨੂੰ ਮਾਲ ਚਾਹੀਦਾ। B ਕੀ ਜਾਂਦਾ ਹੈ, A ਕੋਲ ਜਾਂਦਾ। B ਜਾਂਦਾ A ਕੋਲ, A ਨੂੰ ਕਹਿੰਦਾ ਕਿ ਮੈਨੇ ਇੰਨਾ ਮਾਲ ਲੈਣਾ। ਉਹ ਕਹਿੰਦਾ ਚਲੋ ਠੀਕ ਹੈ। ਉਹ ਕਹਿੰਦਾ ਮੈਂ ਇੱਕ ਪਰਟੀਕੂਲਰ ਡੇਟ ਮਤਲਬ ਹਾਲੇ ਨਹੀਂ ਮੈਂ ਪੈਸੇ ਦੇਵਾਂ, ਠਹਿਰ ਕੇ ਮਤਲਬ ਹਾਲੇ ਮੇਰੇ ਕੋਲ ਪੈਸੇ ਨਹੀਂ ਇੰਨੇ ਹੈ ਨਹੀਂ, ਮੈਂ ਇੱਕ ਡੇਟ ਨੂੰ ਮੈਂ ਤੁਹਾਨੂੰ ਪੈਸੇ ਦੇਵਾਂਗਾ। ਉਹ ਕਹਿੰਦਾ ਚਲੋ ਇਹ ਵੀ ਠੀਕ ਹੈ। ਇਹ ਮੰਨ ਜਾਂਦਾ। ਤਾਂ ਇਹ ਮਾਲ ਦੇਣ ਤੋਂ ਪਹਿਲਾਂ, ਠੀਕ ਹੈ, ਮਾਲ ਦੇਣ ਤੋਂ ਪਹਿਲਾਂ ਜਾਂ ਮਾਲ ਦੇ ਤੋਂ ਪਹਿਲਾਂ ਇਹ ਮਤਲਬ ਇੱਕ ਉਹ ਸੋਚਦਾ ਯਾਰ ਕਿ ਜੇ B ਹੈ, ਹੁਣ B ਤਾਂ ਇਹਨੂੰ ਪਤਾ ਨਹੀਂ B ਨਾਲ ਉਹਦਾ ਕੋਈ ਪਰਸਨਲ ਰਿਲੇਸ਼ਨ ਤਾਂ ਹੈ ਨਹੀਂ। ਇਹ ਕਹਿੰਦਾ ਯਾਰ B ਪੈਸੇ ਮੈਨੂੰ ਇਸ ਡੇਟ ਨੂੰ ਦੇਵੇਗਾ ਵੀ ਜਾਂ ਨਹੀਂ ਦੇਵੇਗਾ, ਮੈਨੂੰ ਇਹ ਪੈਸੇ ਦੇਵੇਗਾ ਵੀ ਨਹੀਂ ਦੇਵੇਗਾ। ਇਸ ਲਈ ਉਹ ਕੀ ਕਰਦਾ, ਇੱਕ ਬਿੱਲ ਬਣਾਉਂਦਾ। ਬਿੱਲ ਵਿੱਚ ਇਸਦਾ ਨਾਮ ਹੁੰਦਾ, ਇਸ ਨੇ ਜੋ A ਨੇ ਜੋ ਵੇਚਿਆ ਇਸ ਨੂੰ ਉਸਦੇ ਬਾਰੇ ਹੁੰਦਾ, ਅਤੇ ਇੱਕ ਅਮਾਊਂਟ ਹੁੰਦੀ ਹੈ, ਅਤੇ ਇੱਕ ਸਿਗਨੇਚਰ ਵਾਸਤੇ ਉਹਨੇ ਜਗ੍ਹਾ ਛੱਡੀ ਹੁੰਦੀ ਹੈ। ਇੱਕ ਆਪਣੇ ਐਵੀਡੈਂਸ ਦੇ ਤੌਰ 'ਤੇ ਨਾ ਐਵੀਡੈਂਟ ਦੋਸਤ ਲੈ ਲੈਂਦਾ, ਮਤਲਬ ਕ੍ਰੀਏਟ ਕਰਦਾ ਬਿੱਲ। ਠੀਕ ਹੈ, ਐਵੀਡੈਂਸ ਤੌਰ 'ਤੇ। ਹਾਲੇ ਤੱਕ ਇਹ ਐਵੀਡੈਂਸ ਨਹੀਂ ਹੈ। ਠੀਕ ਹੈ, ਜਦ ਇਹ ਬਿੱਲ B ਕੋਲ ਜਾਂਦਾ ਕਿ B ਨੂੰ ਕਹਿੰਦਾ ਤੂੰ ਇਹਦੇ ਉੱਪਰ ਇਹ ਕਹਿੰਦਾ B ਨੂੰ ਕਿ ਤੂੰ ਇਹਦੇ ਉੱਪਰ ਸਾਈਨ ਕਰ, ਅਤੇ ਤਾਂ ਕਿ ਤੂੰ ਇੱਕ ਪਰਟੀਕੂਲਰ ਡੇਟ ਨੂੰ ਮੈਨੂੰ ਇਹ ਤੂੰ ਪੈਸੇ ਦੇ ਦੇਂਗਾ। ਉਹ ਕਹਿੰਦਾ ਚਲੋ ਠੀਕ ਹੈ। B ਕੋਲ ਗਿਆ ਬਿੱਲ, ਠੀਕ ਹੈ ਨਾ। ਤਾਂ B ਨੇ ਕੀ ਕੀਤਾ, ਸਾਈਨ ਕੀਤੇ ਇਸਦੇ ਉੱਪਰ। B ਨੇ ਸਾਈਨ ਕਰਕੇ A ਨੂੰ ਵਾਪਸ ਭੇਜਤਾ। ਜਦੋਂ A ਕੋਲ ਆ ਗਿਆ ਬਿੱਲ ਤਾਂ ਉਹ ਹੀ ਐਕਚੁਅਲ 'ਚ ਉਹਦਾ ਐਵੀਡੈਂਸ ਬਣ ਗਿਆ। ਹੁਣ ਇਸਦਾ ਪ੍ਰੂਫ ਬਣ ਗਿਆ ਕਿ ਇਹ ਜਿਹੜਾ B ਤੋਂ ਪੈਸੇ ਇਸ ਡੇਟ ਨੂੰ ਲੈ ਲਏਗਾ। ਠੀਕ ਹੈ ਨਾ, ਇਹ ਜਿਹੜਾ B ਤੋਂ ਪੈਸੇ ਲੈ ਲਏਗਾ। ਪਹਿਲੇ ਜ਼ਮਾਨੇ 'ਚ ਕੀ ਹੁੰਦਾ ਸੀ, ਇਹ ਹੁਣ ਤੋਂ ਨਹੀਂ ਚੱਲ ਰਿਹਾ ਸਿਸਟਮ ਬਿੱਲ ਆਫ ਐਕਸਚੇਂਜ। ਇਹ ਤਾਂ ਇੱਕ ਪਰਟੀਕੂਲਰ ਟਰਮ 'ਚ ਆ ਗਿਆ ਨਾ, ਇੱਕ ਡੈਫੀਨੇਸ਼ਨ 'ਚ ਆ ਗਿਆ। ਤਾਂ ਮੈਂ ਤੁਹਾਨੂੰ ਇਹ ਸਮਝਾ ਰਿਹਾ, ਪਹਿਲੇ ਵੀ ਹੁੰਦਾ ਸੀ ਸਿਸਟਮ ਇਹ, ਮਤਲਬ ਕਿ ਸ਼ਾਹੂਕਾਰਾਂ ਦੇ ਟਾਈਮ ਜਦੋਂ ਸੀ ਤਾਂ ਉਦੋਂ ਵੀ ਸਿਸਟਮ ਹੁੰਦਾ। ਉਦੋਂ ਇਸ ਚੀਜ਼ ਨੂੰ ਬਿੱਲ ਆਫ ਐਕਸਚੇਂਜ ਨੂੰ ਕੀ ਕਹਿੰਦੇ ਸੀ, ਹੁੰਡੀ ਕਹਿੰਦੇ ਸੀ। ਠੀਕ ਹੈ ਨਾ, ਪਹਿਲਾਂ ਇੱਕ ਸ਼ਾਹੂਕਾਰ ਦੂਜੇ ਸ਼ਾਹੂਕਾਰ ਨੂੰ ਹੁੰਡੀ ਦਿੰਦਾ ਸੀ, ਤਾਂ ਉਹ ਉਸਨੂੰ ਐਕਸੈਪਟ ਕਰਕੇ ਉਹ ਭੇਜਦਾ ਸੀ ਵਾਪਸ। ਤਾਂ ਉਹੀ ਚੀਜ਼ ਹੈ ਉਰੇ ਇੱਕ ਬਸ ਡੈਫੀਨੇਸ਼ਨ ਵਿੱਚ ਆ ਗਿਆ, ਇੱਕ ਪੂਰਾ ਟੋਪਿਕ ਆ ਗਿਆ, ਤਾਂ ਆਪਾਂ ਇਸ ਤਰ੍ਹਾਂ ਗੱਲ ਕਰ ਰਹੇ ਹਾਂ। ਠੀਕ ਹੈ ਫਰੈਂਡਸ, ਤੁਹਾਨੂੰ ਸਮਝ ਆਇਆ ਨਾ ਕਿ ਇਹ ਜਿਹੜਾ A ਨੂੰ ਉਹਨੇ B ਨੂੰ ਮਾਲ ਵੇਚਿਆ, B ਨੂੰ ਮਾਲ ਵੇਚਿਆ, ਤਾਂ ਇਹ ਇੱਕ ਆਪਣੇ ਕੋਲ ਐਵੀਡੈਂਸ ਰੱਖੇਗਾ ਕਿ ਹਾਂ ਭਾਈ ਮੈਨੂੰ ਇਹ ਇਸ ਡੇਟ ਨੂੰ ਪੈਸੇ ਦੇ ਦੇਗਾ। ਤਾਂ ਇਹ ਬਿੱਲ ਕ੍ਰੀਏਟ ਕਰੇਗਾ ਤਾਂ ਉਸ ਦਾ ਪਾਰਟੀ ਦਾ ਨਾਮ ਲਿਖੇਗਾ ਜਿਸ ਨੂੰ ਉਹਨੇ ਮਾਲ ਵੇਚਿਆ, ਤਾਂ ਪਰਚੇਸਿਸ ਦੀ ਅਮਾਊਂਟ ਲਿਖੇਗਾ। ਠੀਕ ਹੈ, ਮਤਲਬ ਕਿ ਜਿੰਨੀ ਵੀ ਉਹਦੀ ਅਮਾਊਂਟ ਹੈ B ਨੂੰ ਜਿਹੜਾ ਉਹਨੇ ਮਾਲ ਵੇਚਿਆ ਹੈ, ਕ੍ਰੈਡਿਟ 'ਤੇ ਵੇਚਿਆ, ਉਧਾਰੀ 'ਤੇ ਵੇਚਿਆ, ਉਹਦੇ ਬਾਰੇ ਸਾਰੀ ਡਿਟੇਲ ਲਿਖੇਗਾ। ਥੱਲੇ ਸਾਈਨ ਲਈ ਜਗ੍ਹਾ ਛੱਡ ਦੇਗਾ। ਠੀਕ ਹੈ, ਸਾਈਨ ਦੀ ਜਗ੍ਹਾ ਉਹ B ਕੋਲ ਜਾਏਗਾ। ਇਹ ਜਿਹੜਾ ਬਿੱਲ ਹੈ ਇਹ ਜਿਹੜਾ ਬਿੱਲ B ਨੂੰ ਦੇਗਾ, ਤਾਂ B ਇਸ ਨੂੰ ਉਹਦੇ ਉੱਪਰ ਸਾਈਨ ਕਰਕੇ ਇਹਨੂੰ ਵਾਪਸ ਭੇਜੇਗਾ। ਹੁਣ ਇਸ ਕੋਲ ਇੱਕ ਪਰਟੀਕੂਲਰ ਇੱਕ ਐਵੀਡੈਂਸ ਹੋ ਚੁੱਕਾ ਹੈ ਕਿ ਹਾਂ ਭਾਈ ਮੈਨੂੰ ਇਸ ਡੇਟ ਨੂੰ ਮੈਨੂੰ ਮੇਰੇ ਪੈਸੇ ਮਿਲ ਜਾਣਗੇ। ਠੀਕ ਹੈ ਫਰੈਂਡਸ, ਇਸ ਨੂੰ ਹੀ ਕਹਿੰਦੇ ਆ ਬਿੱਲ ਆਫ ਐਕਸਚੇਂਜ।
कि एक बिल का एक्सचेंज होना हाले जद तक उसकी पेमेंट ना हुई उस तो पहला एक बिल क्रिएट होंदा है, ਉਹਦੀ डिटेल्स लिखी जाती हैं, फिर सिग्नेचर होंगे हैं, सिग्नेचर होने तो बाद एक तरह का एक कोल एक एविडेंस बनता है, ठीक है ना। उसनों बिल ऑफ एक्सचेंज कहते हैं। बिल ऑफ एक्सचेंज आप अगे देखते हैं, ये फीचर्स की होंगे हैं, एक बार आप फीचर्स पढ़ लीए। फीचर्स होंगे बिल ऑफ एक्सचेंज एक राइटिंग जो होएगा ओरल च कभी नहीं हो सकता, लिखिया होएगा बिल एक पूरे लिखिया होएगा, ओरल च नहीं हो सकता। एंड ऑर्डर होएगा टू मेक द पेमेंट ऑन द स्पैसीफिक डेट और आफ्टर अ सर्टेन पीरियड। मतलब जिवें तुहानूं मैं दस्सिया कि स्पैसीफिक डेट नूं एक पेमेंट करनी होएगी, बी नूं ए नूं पेमेंट करनी होएगी और आफ्टर अ सर्टेन पीरियड एक पर्टिकुलर डेट बाद या एक पीरियड बाद। तो ये अनकंडीशनल होएगा, कोई कंडीशन नहीं लगी होएगी इसके उपर। सो एक तरह का बिल क्रिएट किया जाएगा, ये अनकंडीशनल होएगा। इट डज नॉट कंटेन एनी कंडीशन ऑफ पेमेंट, कोई कंडीशन नहीं लाई जाएगी, ठीक है ना। कि जे तू मैंने इन्ने पैसे जे तू ना दिता तो एम भी करांगा, या इवें किया तो उवें होएगा, समथिंग लाइक डैट। तो एवें कुछ नहीं होएगा, सिंपल जा एक सिर्फ बिल क्रिएट किया जाएगा। ए क्रिएट करेगा, ए क्यों क्रिएट करेगा, क्योंकि ए माल बेच रहे हैं, ए माल बेच रहे हैं ना, तो बी एक्सैप्ट कर रहा है, बी माल लै रहा है, तो ए क्रिएट करेगा, बी को जाएगा, बी उन्होंने सिग्नेचर करके वापस देगा, वो एक्चुअल उसको एविडेंस आ जाएगा कि ए को जब तक उसने साइन नहीं किए तब तक ऐसा कोई प्रूफ नहीं मना जाता कि ए ने कोई बिल क्रिएट किया। बिल तद ही उसका क्रिएट होए, बिल उसका तद ही बनेगा जब बी जोड़ा उसके उपर सिग्नेचर कर देगा, ठीक है ना फ्रेंड्स। तो अगला फीचर है अ सर्टेन अमाउंट शुड बी डिस्क्राइब्ड, अमाउंट भी डिस्क्राइब्ड होनी जरूरी है। इट मस्ट बी साइन बाय द बोथ दी पार्टी ड्रार एंड ड्राई, ठीक है ना, ड्रार एंड ड्राई। मैं तुहानूं दस्सिया ही है कि जो ए ने जोड़ा बिल क्रिएट करेगा वो अपना तो साइन करेगा ही करेगा, वो साइन आप बी दे वास्ते छड्डेगा, तू भी साइन कर उरे। तो जो ये बी को जाएगा, बी साइन करके वापस भेजेगा, ठीक है ना, बी वापस भेजेगा। तो इस तो अगर जो पेमेंट का हिसाब आएगा ना, जो 3 महीने पेमेंट का हिसाब आएगा, वो तो मैं एक होर चीज़ भी समझावांगा। वो अगे जो मैं तो एक एग्जाम्पल समझावांगा ना, तो उदों एंड एक्चुअल च क्लीयर हो जाएगा। फिलहाल तुम हले समझो कि बिल ऑफ एक्सचेंज बिल हले क्रिएट होया दो पार्टियों में, हले आप उदों की गल नहीं कर रहे जदों हले एक्चुअल च डेट आ गई तो बी ने ए नूं पेमेंट करनी है, हले वो गल नहीं कर रहे, वो आप अगे गल करांगे, ठीक है। द अमाउंट मस्ट बी पेबल टू आइदर अ सर्टेन परसन ऑन इस बिहाफ, ਜਾਂ ਤਾਂ ਪੇਬਲ ਉਸ ਪਰਸਨ ਨੂੰ ਕਰਨਾ, ਆਈਦਰ ਆ ਪਰਸਨ ਨੂੰ ਕਰਾਂਗੇ, ਜਾਂ ਉਸਦੇ ਬਿਹਾਫ 'ਤੇ ਵੀ ਹੋ ਸਕਦਾ। ਮਤਲਬ ਕਿ ਇਹ ਤੁਹਾਨੂੰ ਮੈਂ ਜਿਹੜਾ ਸੈਕਿੰਡ ਪਾਰਟ ਆਏਗਾ ਨਾ ਉਦੋਂ ਸਮਝਾਵਾਂਗਾ। ਅਤੇ ਇੰਡੋਰਸ ਦੀ ਵੀ ਗੱਲ ਹੁੰਦੀ ਹੈ, ਉਹ ਤੁਹਾਨੂੰ ਮੈਂ ਨੈਕਸਟ ਲੈਕਚਰ ਸਮਝਾਵਾਂਗਾ। ਫਿਲਹਾਲ ਤਾਂ ਤੁਸੀਂ ਇੱਕ ਸਿੰਪਲ ਜਿਹਾ ਟਰਮ ਲੈ ਕੇ ਚੱਲੋ ਕਿ ਇੱਕ ਬਿੱਲ ਆਫ ਐਕਸਚੇਂਜ ਹੁੰਦਾ। ਬਿੱਲ ਕੀ ਹੁੰਦਾ ਕਿ ਇੱਕ ਪਾਰਟੀ ਨੇ ਬੀ ਪਾਰਟੀ ਨੂੰ ਮਾਲ ਵੇਚਿਆ, ਬੀ ਨੇ ਖਰੀਦਿਆ, ਤਾਂ ਏ ਨੂੰ ਉਸ ਬੀ 'ਤੇ ਇੰਨਾ ਵਿਸ਼ਵਾਸ ਨਹੀਂ ਹੈ ਕਿ ਇਹ ਦੇਗਾ ਨਹੀਂ ਦੇਗਾ ਪੈਸੇ, ਇੱਕ ਐਵੀਡੈਂਸ ਕ੍ਰੀਏਟ ਹੋ ਜਾਏ, ਇਹ ਕਰਨ ਲਈ ਉਸਨੇ ਬਿੱਲ ਕ੍ਰੀਏਟ ਕਰਦਾ ਉਹ, ਤਾਂ ਬੀ ਤੋਂ ਐਕਸੈਪਟ ਕਰਾਉਂਦਾ ਬਿੱਲ, ਠੀਕ ਹੈ ਨਾ। ਤਾਂ ਬਸ ਹਲੇ ਤੁਸੀਂ ਇੰਨਾ ਸਮਝੋ। ਇਹ ਅੱਗੇ ਇੰਡੋਰਸ ਵੀ ਹੁੰਦਾ, ਉਹ ਤੁਹਾਨੂੰ ਮੈਂ ਨੈਕਸਟ ਲੈਕਚਰ ਸਮਝਾਵਾਂਗਾ। ਅੱਗੇ ਕਹਿਣਾ ਚਾਹ ਰਿਹਾ, ਇਟ ਸ਼ੁੱਡ ਬੀ ਪੇਡ ਔਨ ਦਾ ਡੇਟ ਆਫ ਮੈਚੋਰਿਟੀ ਔਰ ਦੀ ਡਿਮਾਂਡ ਔਨ ਮੈਚੋਰਿਟੀ ਮਿਊਚੁਅਲ ਅੰਡਰਸਟੈਂਡਿੰਗ। ਜਾਂ ਤਾਂ ਮਿਊਚੁਅਲ ਇੱਕ ਸਪੈਸੀਫਿਕ ਡੇਟ ਹੋਏਗੀ, ਇੱਕ ਸਪੈਸੀਫਿਕ ਡੇਟ ਹੋਏਗੀ ਕਿ ਇੰਨੀ ਡੇਟ ਨੂੰ ਤੈਨੂੰ ਪੈਸੇ ਪੇ ਕਰਨੇ, ਠੀਕ ਹੈ, ਬੀ ਨੇ ਏ ਨੂੰ ਪੇ ਕਰਨੇ। ਜਾਂ ਡਿਮਾਂਡ ਮਤਲਬ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੋਏਗੀ ਕਿ ਹਾਂ ਭਾਈ ਇੰਨੇ ਮਹੀਨੇ ਬਾਅਦ ਤੁਹਾਨੂੰ ਪੇ ਕਰਦਾ। ਡੇਟ ਸਪੈਸੀਫਿਕ ਨਾ ਕਰਨ ਤੋਂ ਇਲਾਵਾ ਜੇ ਮੈਂ ਤੁਹਾਨੂੰ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੋਏ, ਜਿਵੇਂ ਆਪਾਂ ਕਹਿੰਦੇ ਯਾਰ ਤੂੰ ਮੇਰੇ ਤੋਂ 1.5 ਮਹੀਨੇ ਬਾਅਦ ਲੈ ਲਈ ਯਾਰ, ਜਾਂ ਤੂੰ ਮੇਰੇ ਤੋਂ 2 ਮਹੀਨੇ ਬਾਅਦ ਪੈਸੇ ਲੈ ਲਈ ਯਾਰ, ਆਪਾਂ ਇਵੇਂ ਕਹਿ ਦਿੰਦੇ ਹਾਂ ਨਾ, ਉਹ ਇਸ ਤਰ੍ਹਾਂ ਹੀ ਸਮਥਿੰਗ ਕਹਿਣਾ ਚਾਹ ਰਿਹਾ ਉਹ, ਠੀਕ ਹੈ। ਤਾਂ ਅੱਗੇ ਕੁਛ ਜਿਹੜੇ 3 ਪਾਰਟੀਸ ਇਨਵੋਲਵ ਹੁੰਦੀਆਂ, ਇਹ 'ਚ 3 ਪਾਰਟੀਸ ਇਨਵੋਲਵ ਹੁੰਦੀਆਂ, 3 ਪਾਰਟੀਸ ਇਨਵੋਲਵ ਹੋਣਗੀਆਂ ਇਸ ਵਿੱਚ। ਜਦੋਂ ਆਪਾਂ ਕਹਿਣਾ ਚਾਹ ਰਹੇ ਕਿ 3 ਪਾਰਟੀਸ ਇਨਵੋਲਵ ਹੋਣਗੀਆਂ, ਆਪਾਂ ਡਰਾਰ ਦੀ ਗੱਲ ਕਰਾਂਗੇ, ਡਰਾਈ ਦੀ ਗੱਲ ਕਰਾਂਗੇ, ਪਈ ਦੀ ਗੱਲ ਕਰਾਂਗੇ। ਤੁਸੀਂ ਇੱਕ ਵਾਰੀ ਥੋੜ੍ਹਾ ਕਨਫਿਊਜ਼ ਹੋਗੇ, ਡਰਾਰ ਕਿਹਨੂੰ ਕਹਾਂਗੇ ਆਪਾਂ, ਡਰੋਈ ਕਿਹਨੂੰ ਕਹਾਂਗੇ, ਅਤੇ ਪਈ ਕਿਹਨੂੰ ਕਹਾਂਗੇ ਆਪਾਂ, ਠੀਕ ਹੈ ਨਾ। ਪਈ ਆਪਾਂ ਕਿਹਨੂੰ ਕਹਾਂਗੇ ਉਹ ਤੁਹਾਨੂੰ ਮੈਂ ਅੱਗੇ ਸਮਝਾਵਾਂਗਾ। ਪਹਿਲੇ ਆਪਾਂ ਇੱਕ ਵਾਰੀ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ। ਡਰੋਅਰ ਕਿਹਨੂੰ ਕਹਿੰਦੇ ਆ? ਡਰੋਅਰ ਜਿਹੜਾ ਹੋਏਗਾ ਨਾ, ਡਰੋਅਰ ਇਜ਼ ਅ ਪਰਸਨ who makes the bill of exchange on his her debtor, and he will also receive a money mention in it. The seller of a goods service known as the drawer ਉਹ ਇਹ ਤਾਂ ਵੀ ਤੁਹਾਨੂੰ ਐਗਜ਼ਾਮਪਲ ਦੱਸੀ ਸੀ। ਇਹ ਮਾਲ ਵੇਚ ਰਿਹਾ, ਜਿਹੜਾ ਇਹ ਮਾਲ ਵੇਚ ਰਿਹਾ ਨਾ, ਇਹਨੂੰ ਹੀ ਡਰੋਰ ਕਰਾਂਗੇ। ਡਰੋਰ ਕੋ ਕਹਾਂਗੇ ਕਿਉਂਕਿ ਇਹ ਬਿੱਲ ਕ੍ਰੀਏਟ ਕਰ ਰਿਹਾ, ਇਹ ਬਿੱਲ ਬਣਾ ਰਿਹਾ, ਤਾਂ ਉਹਨੂੰ ਕਹਾਂਗੇ ਡਰੋਰ। ਦ ਸੈਲਰ
ਸੈਲਰ ऑफ द गुड्स एंड सर्विस नोन एज द ड्रॉर। ਮੰਨ ਕੇ ਚੱਲਣ ਕਿ ਡਰਾਅਰ ਹਮੇਸ਼ਾ ਉਹ ਹੋਏਗਾ ਜਿਹੜਾ ਮਾਲ ਵੇਚ ਰਿਹਾ ਅਤੇ ਜਿੰਨੇ ਬਿੱਲ ਕ੍ਰੀਏਟ ਕੀਤਾ। ਠੀਕ ਹੈ ਫਰੈਂਡਸ, ਕੁਝ ਕੇਸਿਸ ਹੁੰਦੇ ਜਿਸ ਵਿੱਚ ਮੈਂ ਅੱਗੇ ਐਕਸਪਲੇਨ ਕਰਾਂਗਾ, ਨੈਕਸਟ ਲੈਕਚਰ 'ਚ ਕਰਾਂਗਾ। ਠੀਕ ਹੈ ਫਰੈਂਡਸ, ਫਿਲਹਾਲ ਇਹਦੇ ਉੱਪਰ ਧਿਆਨ ਦੇਣ ਦੀ ਲੋੜ ਨਹੀਂ, ਇਹਨੂੰ ਹਲੇ ਤੁਸੀਂ ਛੱਡ ਦਿਓ। ਡਰੋਈ ਕਿਹਨੂੰ ਕਹਾਂਗੇ? ਡਰੋਈ ਕਰਾਂਗੇ, ਡਰੋਈ ਇਜ਼ ਅ ਪਰਸਨ ਟੂ ਹੂਮ ਦਾ ਬਿੱਲ ਆਫ ਐਕਸਚੇਂਜ ਇਜ਼ ਕ੍ਰੀਏਟਡ। He will pay the amount mentioned in it at the time of the maturity of a bill. The purchases of goods and service is known as a drawee. Drawee is also known as a acceptor because he gives the acceptance to pay the mentioned amount on the mentioned date after a specific period. मैं A ਤੇ B ਦੀ ਗੱਲ ਚੱਲ ਰਹੀ ਸੀ, A ਹੈ ਤੇ B ਹੈ। B ਕੌਣ? A ਕੌਣ ਹੋ ਗਿਆ? ਡਰਾਅਰ, ਜਿਹਨੇ ਬਿੱਲ ਕ੍ਰੀਏਟ ਕੀਤਾ। ਠੀਕ ਹੈ, A ਨੇ ਬਿੱਲ ਕ੍ਰੀਏਟ ਕਰਕੇ B ਕੋਲ ਭੇਜਿਆ, B ਕੋਲ ਗਿਆ ਬਿੱਲ ਨੇ ਐਕਸੈਪਟ ਕੀਤਾ ਬਿੱਲ। ਜਦੋਂ ਉਹਨੇ ਐਕਸੈਪਟ ਕਰ ਲਿਆ ਉਹ ਡਰੋਈ ਬਣ ਗਿਆ। ਮਤਲਬ ਇੱਕ ਅਕਾਊਂਟਿੰਗ ਟਰਮ 'ਚ ਆਪਾਂ ਇਹ ਕਹਿਣਾ ਚਾਹ ਰਹੇ ਹਾਂ ਕਿ ਜੋ ਬਿੱਲ ਜਿਸ ਦੇ ਉੱਪਰ B ਨੇ ਸਾਈਨ ਕੀਤੇ ਤਾਂ ਉਦੋਂ ਉਹ ਡਰੋਈ ਬਣ ਗਿਆ। ਡਰੋਰ ਕਦੋਂ ਬਣਿਆ? ਕਿ ਜਦੋਂ A ਨੇ ਬਿੱਲ ਕ੍ਰੀਏਟ ਕੀਤਾ ਅਤੇ ਆਪਣੇ ਸਾਈਨ ਕਰਕੇ ਉੱਥੇ B ਕੋਲ ਭੇਜੇ, B ਨੇ ਅੱਗੋਂ ਸਾਈਨ ਕੀਤੇ ਕਿ ਹਾਂ ਭਾਈ ਮੈਂ ਪਰਟੀਕੂਲਰ ਡੇਟ ਨੂੰ ਇਸ ਜਾਂ ਇੰਨੇ ਮਹੀਨਿਆਂ ਬਾਅਦ ਮੈਂ ਤੈਨੂੰ ਇਹ ਪੈਸੇ ਦੇ ਦਾਂਗਾ। ਠੀਕ ਹੈ ਨਾ ਫਰੈਂਡਸ, A ਨੇ B ਨੂੰ ਬਿੱਲ ਸੈਂਟ ਕੀਤਾ ਤਾਂ B ਨੇ ਐਕਸੈਪਟ ਕਰਕੇ ਵਾਪਸ ਭੇਜਤਾ, ਤਾਂ ਇਹ ਇੱਕ ਡਰੋਈ ਬਣ ਗਿਆ, ਇਹ ਡਰੋਰ ਬਣ ਗਿਆ। ਠੀਕ ਹੈ, B ਡਰੋਈ ਹੋ ਗਿਆ। ਅੱਗੇ ਆ ਗਿਆ ਪਈ। ਪਈ ਕਿਹਨੂੰ ਕਹਾਂਗੇ? ਦਾ ਪਰਸਨ ਟੂ ਹੋਮ ਦਾ ਪੇਮੈਂਟ ਇਜ਼ ਮੇਡ ਇਜ਼ ਨੋਨ ਹੈਜ਼ ਦਾ ਪਈ। ਬੇਸਿਕਲੀ ਦਾ ਡਰੋਰ ਆਫ ਦਾ ਬਿੱਲ ਇਜ਼ ਨੋਨ ਹੈਜ਼ ਦਾ ਪਈ, but in some cases which the bill is not retained by the drawer himself, then the pay will be the person who has the bill. In the following cases the drawer will not be treated as pay। ਹੁਣ ਉਹਦੇ ਪਈ ਕਿਹਨੂੰ ਕਿਹਾ ਜਾਂਦਾ? ਜਿਹੜਾ A ਹੈ, A ਅਤੇ B ਦੀ ਗੱਲ ਚੱਲ ਰਹੀ ਸੀ, ਮੈਂ ਇੱਕੋ ਐਗਜ਼ਾਮਪਲ ਲੈ ਕੇ ਚੱਲਾਂ। A ਅਤੇ B ਦੀ ਗੱਲ ਚੱਲ ਰਹੀ ਸੀ, A ਨੂੰ ਪਈ ਕਹਾਂਗੇ ਜਿਹੜਾ ਪੈਸੇ ਰਿਸੀਵ ਕਰੇਗਾ, B ਪੈਸੇ ਦੇਗਾ ਇੱਕ ਪਰਟੀਕੂਲਰ ਡੇਟ ਨੂੰ, 3 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ, ਜਿੰਨੀ ਵੀ ਉਹਨੂੰ ਡੇਟ ਲਿਖੀ ਹੋਏਗੀ। A ਕੋਲ ਜਿਹੜੇ ਪੈਸੇ ਉਹ ਪਈ ਹੋਏਗਾ ਜਿਹੜਾ ਪੈਸੇ ਰਿਸੀਵ ਕਰ ਰਿਹਾ। ਉਰੇ ਉਹੀ ਕਹਿਣਾ ਚਾਹ ਰਿਹਾ ਨਾ ਕਿ ਡਰੋਰ ਆਫ ਦਾ ਬਿੱਲ ਇਜ਼ ਨੋਨ ਹੈਜ਼ ਅ ਪਈ। ਜਿਹੜਾ ਬਿੱਲ ਕ੍ਰੀਏਟ ਕਰ ਰਿਹਾ ਉਹਨੂੰ ਹੀ ਪਈ ਕਿਹਾ ਜਾਏਗਾ। ਬਟ ਇਹ ਵੀ ਕਹਿਣਾ ਚਾਹ ਰਿਹਾ ਕਿ ਸਮ ਕੇਸਿਸ 'ਚ ਕੀ ਹੁੰਦਾ, ਆਪਾਂ 3 ਟਰਮ ਕਿਉਂ ਲਿੱਤੇ ਆ? ਪਈ ਕਈ ਵਾਰੀ ਕੀ ਹੁੰਦਾ ਕਿ ਸਮ ਕੇਸਿਸ ਵਿੱਚ ਬਿੱਲ ਇਜ਼ ਨੋਟ ਰਿਟੇਨ ਬਾਈ ਦ ਡਰੋਰ ਹਿਮਸੈਲਫ, ਦੈਨ ਦਾ ਪਈ ਵਿਲ ਨੋਟ ਬੀ ਅ ਪਰਸਨ ਹੂਜ਼ ਦਾ ਬਿੱਲ। ਤਾਂ ਮਤਲਬ ਕਈ ਵਾਰੀ ਕੀ ਹੁੰਦਾ ਕਿ ਉਹ ਨਾ ਡਿਸਕਾਊਂਟ ਵੀ ਕਰਵਾ ਲੈਂਦਾ ਬੈਂਕ ਤੋਂ ਬਿੱਲ। ਡਿਸਕਾਊਂਟ ਕਰਾਉਣ ਦਾ ਮਤਲਬ ਕਿ ਉਹ ਪਹਿਲੇ ਬੈਂਕ ਤੋਂ ਪੈਸੇ ਲੈ ਲੈਂਦਾ ਅਤੇ ਬੈਂਕ ਨੂੰ ਕਹਿੰਦਾ ਤੂੰ ਇਸ ਡੇਟ ਤੋਂ ਇਸ B ਤੋਂ ਪੈਸੇ ਲੈ ਲਈ। A ਬੈਂਕ ਤੋਂ ਪੈਸੇ ਲੈ ਲੈਂਦਾ ਪਹਿਲੀ, ਤਾਂ ਉਹ ਡਿਸਕਾਊਂਟ ਕਰਾ ਲੈਂਦਾ। ਠੀਕ ਹੈ ਨਾ, ਉਸਨੂੰ B ਕੁਛ ਕਮਿਸ਼ਨ ਲੈ ਲੈਂਦਾ ਜਾਂ ਉਸ ਤੋਂ ਮਤਲਬ ਪੈਸੇ ਥੋੜ੍ਹੇ ਉਸ 'ਚੋਂ ਲੈ ਲੈਂਦਾ, ਤਾਂ ਇੱਕ ਤਰ੍ਹਾਂ ਦਾ ਡਿਸਕਾਊਂਟਿੰਗ ਬਿੱਲ ਹੋ ਗਿਆ ਕਿ A ਨੇ ਜਾ ਕੇ ਬੈਂਕ ਕੋਲ, ਕਿਉਂਕਿ A ਨੂੰ ਜਲਦੀ ਪੈਸੇ ਚਾਹੀਦੇ ਸੀ, B ਕਹਿੰਦਾ ਮੈਂ ਤੈਨੂੰ 2-3 ਮਹੀਨਿਆਂ ਬਾਅਦ ਹੀ ਦੇਵਾਂਗਾ ਪੈਸੇ। ਇਹ ਕਹਿੰਦਾ ਯਾਰ ਹੁਣ ਮੈਂ ਕੀ ਕਰਾਂ? ਉਹ ਚਲਾ ਗਿਆ ਬੈਂਕ ਕਿਉਂਕਿ ਉਹਦੀ ਬੈਂਕ ਕਹਿੰਦਾ ਕੋਈ ਗੱਲ ਨਹੀਂ, ਤੂੰ ਮੇਰੇ ਤੋਂ ਪੈਸੇ ਲੈ, ਮੈਂ B ਤੋਂ ਜਿਹੜੇ ਆ ਨਾ ਮੈਂ ਇੱਕ ਪਰਟੀਕੂਲਰ ਡੇਟ ਨੂੰ ਪੈਸੇ ਲੈ ਲਾਂਗਾ। ਤਾਂ ਉਹ ਇੱਕ ਆਪਣੀ ਕਮਿਸ਼ਨ ਲੈ ਲੈਂਦਾ ਆਪਣੀ A ਤੋਂ, ਤਾਂ ਉਹ ਪਰਟੀਕੂਲਰ ਡੇਟ ਨੂੰ B ਤੋਂ ਪੈਸੇ ਲੈ ਲੈਂਦਾ। ਤਾਂ ਉਹ ਜਦੋਂ ਪਰਟੀਕੂਲਰ ਡੇਟ ਤੋਂ B ਤੋਂ ਪੈਸੇ ਲੈ ਲੈਂਦਾ ਤਾਂ ਉਹ ਇਹ ਬੈਂਕ ਜਿਹੜਾ ਕੀ ਬਣ ਜਾਂਦਾ? ਪਈ ਬਣ ਜਾਂਦਾ। ਬੈਂਕ ਜਿਹੜਾ ਪਈ ਬਣ ਜਾਂਦਾ ਇਨ ਸਮ ਕੇਸਿਸ ਵਿੱਚ। ਉਰੇ ਇਹੀ ਗੱਲ ਕਰਨਾ ਚਾਹ ਰਿਹਾ ਕਿ ਸਮ ਕੇਸਿਸ ਵਿੱਚ ਬੈਂਕ ਪਈ ਬਣ ਜਾਂਦਾ। ਠੀਕ ਹੈ ਨਾ, ਜਿਹੜਾ ਐਕਚੁਅਲ 'ਚ ਰਿਸੀਵ ਕਰ ਰਿਹਾ, ਇਹ ਤਾਂ ਨਹੀਂ ਰਿਸੀਵ ਕਰ ਰਿਹਾ, ਇਹ ਨੇ ਤਾਂ ਬੈਂਕ ਤੋਂ ਲੈ ਲਏ ਪੈਸੇ, ਉਹ ਪਈ ਥੋੜ੍ਹਾ ਹੋਇਆ। ਪਈ ਹੋਇਆ ਜਦੋਂ ਪੈਸੇ ਰਿਸੀਵ ਹੋਏ ਉਹਨੂੰ ਦੂਜੀ ਪਾਰਟੀ ਤੋਂ। ਠੀਕ ਹੈ ਨਾ, ਤਾਂ ਬੈਂਕ ਪਈ ਬਣ ਗਿਆ ਇਸ ਵਿੱਚ ਕਿਉਂਕਿ ਉਹਨੇ B ਤੋਂ ਲੈ ਲਏ, A ਨੂੰ ਤਾਂ ਉਹਨੇ ਕਰਦੇ ਦਿੱਤੇ ਸੀ ਪੈਸੇ। ਉਹ ਇੱਕ ਪਰਟੀਕੂਲਰ ਡੇਟ ਆਈ ਤਾਂ ਬੈਂਕ ਨੇ B ਤੋਂ ਲੈ ਲਏ। ਠੀਕ ਹੈ ਨਾ, ਉਰੇ ਇਹ ਕਹਿਣਾ ਚਾਹ ਰਿਹਾ। ਅੱਗੇ ਵੈਨ ਦਾ ਬਿੱਲ ਡਿਸਕਾਊਂਟਡ ਬਾਏ, ਉਰੇ ਸੇਮ ਗੱਲ ਆ ਗਈ ਨਾ। ਵੈਨ ਦਾ ਬਿੱਲ ਜਿਹੜੀ ਗੱਲ ਤੁਹਾਨੂੰ ਦੱਸੀ ਸੀ, ਡਿਸਕਾਊਂਟਡ ਬਾਏ ਦਾ ਡਰੋਅਰ ਨੇ ਬਿੱਲ ਡਿਸਕਾਊਂਟ ਕਰਾ ਲਿਆ ਫਰੋਮ ਦੀ ਬੈਂਕ ਤੋਂ ਕਰਾ ਲਿਆ, ਤਾਂ ਬੈਂਕ ਵਿਲ ਬੀ ਟ੍ਰੀਟਡ ਹੈਜ਼ ਅ ਪੇਈ ਕਿਉਂਕਿ ਉਹ ਪੈਸੇ ਰਿਸੀਵ ਕਰੇਗਾ। ਇੱਕ ਦੂਜਾ ਟਰਮ ਵੀ ਹੋ ਸਕਦਾ ਕਿ ਵੈਨ ਦਾ ਬਿੱਲ ਇੰਡੋਸ ਦਾ ਬਿੱਲ ਟੂ ਇਜ਼ ਹਰ ਕ੍ਰੈਡੀਟਰ ਦੈਨ ਦਾ ਰਿਸੀਵਰ ਆਫ ਡਾਟਾ ਬਿੱਲ ਵਿਲ ਬੀ ਟ੍ਰੀਟਡ ਹੈਜ਼ ਅ ਪੇਈ। ਮਤਲਬ ਕਿ ਬਿੱਲ ਡਰੋਅਰ ਨੇ ਇੰਡੋਸ ਕਰਾ ਲਿਆ, ਠੀਕ ਹੈ ਨਾ, ਕ੍ਰੈਡੀਟਰ ਨੂੰ। ਅੱਗੋਂ ਉਹਨੇ ਕਿਸੇ ਨੂੰ ਪੈਸੇ ਅੱਗੋਂ ਉਹਨੇ ਮਤਲਬ ਕਿ ਸਪੋਜ਼ ਕਰੋ ਜਿਹੜਾ A ਸੀ, A ਨੇ B ਤੋਂ ਪੈਸੇ ਲੈਣੇ ਸੀ, ਅੱਗੋਂ A ਨੇ ਪੈਸੇ ਕਿਸੇ ਨੂੰ ਦੇਣੇ ਵੀ ਸੀ, C ਹੈ, A ਨੇ ਪੈਸੇ C ਨੂੰ ਵੀ ਦੇਣੇ ਸੀ। ਤਾਂ ਇਹ ਜਿਹੜਾ C ਨੂੰ ਕਹਿੰਦਾ ਤੂੰ B ਤੋਂ ਪੈਸੇ ਲੈ ਲਈ। ਠੀਕ ਹੈ ਨਾ, ਤੂੰ B ਤੋਂ ਪੈਸੇ ਲੈ ਲਈ, ਇਹ ਇੰਡੋਰਸ ਕਰਵਾ ਜਾਂਦਾ। ਇੱਥੇ ਇੰਡੋਰਸ ਗੱਲ ਆ ਜਾਂਦੀ ਹੈ ਕਿ ਜਦ A ਜਿਹੜਾ C ਨੂੰ ਕਹੇਗਾ ਕਿ ਤੂੰ B ਤੋਂ ਪੈਸੇ ਲੈ ਲਈ ਇਸ ਪਰਟੀਕੂਲਰ ਡੇਟ ਨੂੰ, ਉਹਨੂੰ ਇੰਡੋਰਸ ਕਰਵਾਵਾਂਗੇ, ਤਾਂ ਉਦੋਂ ਜਿਹੜਾ C ਹੋਏਗਾ ਉਹ ਪਈ ਬਣ ਜਾਏਗਾ। ਠੀਕ ਹੈ ਨਾ, ਪਈ ਬਣ ਜਾਏਗਾ।
उदों सी पेई बन जाएगा। ठीक है ना फ्रेंड्स, वो सिर्फ यही गल करना चाह रहा हो। इचे हुण बिल एक्सचेंज किहड़े किहड़े कंटेंट्स होंदे ने। पहला हुंदा टाइटल ऑफ द बिल, मतलब कि अगे जो परफॉर्म आएगा तुहानूं समझावांगा। टाइटल ऑफ द बिल, टाइटल बिल विच आपां बिल मैंशन करदे हां फेस ऑफ द डॉक्यूमेंट नूं। ठीक है, तो दूजा आप डेट दसदे हैं ड्रॉन की, जो डेट बिल क्रिएट होया एक रिटन विच ही करांगे आपां। ठीक है, तो तीजी चीज़ होएगी अमाउंट टू बी पेड, किन्नी अमाउंट टू बी पेड करनी आपां ने, ਉਹਦੇ बारे गल की होएगी। द सर्टेन अमाउंट पेबल विल बी डिस्क्राइब्ड ऑन इट इन द फिगर्स एंड आलसो इन वर्ड्स विच ते फिगर विच भी। ठीक है, इसी तरह सेम टू सेम अपने डिस्क्राइब करना है। डेट ऑफ द मैच्योरिटी और टर्म, मैच्योरिटी के टर्म बारे भी अपने गल दसी होए कि इन्ने महीने बाद ने बी ने इनू पैसे वापस करने ने। द स्पैसीफिक डेट और द टर्म ऑफ द बिल विल नॉट बी मैंशनड, विल बी मैंशन ऑन इट। द टर्म मीनस फॉर 2 months और 3 months। ठीक है, मैंशन एटसेट्रा। द टर्म इज़ द टेन्योर ऑफ द बिल एंड रनस फ्रॉम द डेट ऑफ द बिल। देयर विल बी द ग्रेस पीरियड भी मिलता है। सपोज करो 1/4/17 ਨੂੰ मैंने बिल क्रिएट किया ए ने बी ਦੇ ਨਾਮ 'ਤੇ, ਤਾਂ ਉਹਨੇ ਜਦੋਂ ਬਿੱਲ ਭੇਜਿਆ ਉੱਥੇ, ਠੀਕ ਹੈ ਨਾ, ਤਾਂ ਉਹਦੇ ਨਾਲ ਜਦੋਂ ਉਸਨੇ ਕਿਹਾ ਕਿ 3 ਮਹੀਨੇ ਦਾ ਕੋਲ ਟਾਈਮ ਹੈ। ਠੀਕ ਹੈ, ਤਾਂ 3 ਮਹੀਨੇ ਕਦੋਂ ਹੋਏ, 1/7 ਹੋਏ, ਤਾਂ ਉਹਨੂੰ 1/7 ਤੋਂ ਬਾਅਦ ਇੱਕ ਗ੍ਰੇਸ ਮਿਲਦਾ, 3 ਦਿਨ ਉੱਪਰ ਮਿਲਦੇ ਆ, ਯਾਨੀ ਕਿ ਐਕਚੁਅਲ 'ਚ ਉਹਨੇ 4 ਨੂੰ ਪੇ ਕਰਨਾ ਹੋਏਗਾ। ਬੀ ਨੇ ਜਿਹੜਾ ਪੈਸੇ ਏ ਨੂੰ 4 ਨੂੰ ਪੇ ਕਰਨੇ ਹੋਣਗੇ। ਇੱਕ ਗ੍ਰੇਸ ਟਾਈਮ ਹੁੰਦਾ ਨਾ, ਕਈ ਵਾਰੀ ਕੀ ਹੁੰਦਾ ਕਿ ਜਾਂ 3 ਮਹੀਨੇ ਤਾਂ ਮਿਲ ਜਾਂਦੇ ਆ, ਉਸ ਵੇਲੇ ਮੇਰੇ ਕੋਲ ਪੈਸੇ ਨਹੀਂ ਆਉਂਦੇ। ਉਹਨੂੰ ਜਿਹੜਾ ਬੀ ਕਹਿੰਦਾ ਯਾਰ ਮੈਨੂੰ ਤਾਂ ਯਾਰ ਚੱਲ 4 ਤਰੀਕ ਨੂੰ ਆਉਣਗੇ ਪੈਸੇ, ਜਾਂ ਮੈਨੂੰ 1 ਦਿਨ ਲੱਗੇਗਾ ਹੋਰ, ਤਾਂ ਉਹਨੂੰ 3 ਦਿਨ ਗ੍ਰੇਸ ਦੇ ਮਿਲ ਜਾਂਦੇ। ਠੀਕ ਹੈ ਨਾ, ਇੱਕ ਰੂਲ ਹੈ, ਮਤਲਬ ਕਿ 3 ਦਿਨ ਦਾ ਗ੍ਰੇਸ ਮਿਲਦਾ ਹੀ ਮਿਲਦਾ। ਤਾਂ ਉਰੇ ਉਹ ਕਹਿਣਾ ਚਾਹ ਰਿਹਾ ਕਿ ਡੇਟ ਆਫ ਮੈਚੋਰਿਟੀ ਦੇ ਟਰਮ ਵਿੱਚ ਆਪਾਂ ਜਿਹੜੇ 3 ਮਹੀਨੇ ਮਿਲੇ ਤਾਂ ਪਲੱਸ 3 ਦਿਨ ਦੇ ਗ੍ਰੇਸ 3 ਦਿਨ ਦੀ ਗ੍ਰੇਸ ਹੋਏਗੀ। ਭਾਵੇਂ 1 ਮਹੀਨਾ ਤਾਂ ਉਹਦੇ ਉੱਪਰ ਵੀ 3 ਦਿਨ ਦੀ ਗ੍ਰੇਸ ਹੋਏਗੀ, ਭਾਵੇਂ 2 ਮਹੀਨੇ ਤਾਂ ਵੀ 3 ਦਿਨ ਦੀ ਗ੍ਰੇਸ ਹੋਏਗੀ। ਠੀਕ ਹੈ ਨਾ ਫਰੈਂਡਸ, ਜ਼ਿਆਦਾਤਰ ਵੈਸੇ 2 ਜਾਂ 3 ਮਹੀਨੇ ਹੀ ਹੁੰਦੇ ਆ। ਅੱਗੇ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਹੁੰਦਾ ਹੈ। ਇੱਕ ਪਰਟੀਕੂਲਰ ਅਕਾਊਂਟਿੰਗ ਦਾ ਟਰਮ ਵਿੱਚ ਇੱਕ ਨੰਬਰ ਹੋ ਜਾਏਗਾ। ਐਵਰੀ ਬਿਲ ਵੀ ਹੈਜ਼ ਅ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਹੋਏਗਾ, ਮੈਂਸ਼ਨ ਕੀਤਾ ਹੋਏਗਾ। ਅਤੇ ਪਾਰਟੀਜ਼ ਦਾ ਨੇਮ ਹੋਏਗਾ, ਦ ਨੇਮ ਆਫ ਦੀ ਬੋਥ ਦੀ ਪਾਰਟੀਜ਼ ਵਿਲ ਮੈਂਸ਼ਨ ਔਨ ਇਟ, ਪਾਰਟੀਜ਼ ਦਾ ਮੈਂਸ਼ਨ ਕੀਤਾ ਹੋਏਗਾ ਬੋਥ ਦੀ ਪਾਰਟੀਜ਼ ਬਾਰੇ। ਠੀਕ ਹੈ ਨਾ, ਫਿਰ ਸਿਗਨੇਚਰ, ਉਹ ਤੁਹਾਨੂੰ ਦੱਸਿਆ ਸਿਗਨੇਚਰ ਹੋਣਗੇ। ਠੀਕ ਹੈ ਨਾ, ਜਦ ਏ ਦਾ ਬਿੱਲ ਬੀ ਕੋਲ ਜਾਏਗਾ, ਏ ਪਹਿਲਾਂ ਸਾਈਨ ਕਰ ਚੁੱਕਾ ਹੋਏਗਾ, ਤਾਂ ਏ ਬੀ ਕੋਲ ਜਾਏਗਾ, ਬੀ ਸਾਈਨ ਕਰੇਗਾ। ਜਦੋਂ ਬਿੱਲ ਸਾਈਨ ਕਰ ਦੇਗਾ ਤਾਂ ਇਹ ਕੋਲ ਪ੍ਰੂਫ ਆ ਜਾਏਗਾ ਕਿ ਹਾਂ ਭਾਈ ਹੁਣ ਇਹ ਤਾਂ ਪੈਸੇ ਮੈਨੂੰ ਜ਼ਰੂਰ ਦੇਗਾ। ਠੀਕ ਹੈ ਨਾ, ਉਹ ਰੱਖ ਲਏਗਾ ਬਿੱਲ। ਤਾਂ ਫਾਰਮੈਟ ਆਫ ਦੀ ਬਿੱਲ ਕਿਵੇਂ ਹੋਏਗਾ, ਫਾਰਮੈਟ ਜਦੋਂ ਆਪਾਂ ਅੱਗੇ ਦੇਖਾਂਗੇ, ਫਾਰਮੈਟ ਆਫ ਦੀ ਬਿੱਲ ਆਪਾਂ ਆ ਰਿਹਾ, ਉਹ ਮੈਂ ਬਾਅਦ ਤੁਹਾਨੂੰ ਦਿਖਾਉਂਦਾ। ਇਹ ਹੈ ਬਿੱਲ ਐਕਸਚੇਂਜ, ਨੇਮ ਆਫ ਦਾ ਡਰੋਰ, ਜਿੰਨੇ ਬਿੱਲ ਏ ਦਾ ਨਾਮ ਆ ਜਾਏਗਾ, ਉਰੇ ਡੇਟ ਕਰਾਂਗੇ, ਉਰੇ ਅਮਾਊਂਟ ਕਰਾਂਗੇ। ਠੀਕ ਹੈ, ਉਰੇ ਲਿਖਾਂਗੇ ਆਪਾਂ ਟਰਮ ਜਿੰਨੇ ਮੰਥਸ ਹੈ, ਆਫਟਰ ਡੇਟ ਪੇਡ ਟੂ ਮੀ ਔਰ ਮਾਈ ਔਰਡਰ, ਸਮ ਆਫ ਦੀ ਡੈਸ਼ ਵੈਲਿਊ ਜਿੰਨੀ ਵੀ, ਸਾਈਨ ਕਰੇਗਾ। ਠੀਕ ਹੈ, ਡਰੋਰ ਸਾਈਨ ਕਰੇ, ਡਰੋਰ ਦਾ ਸਾਈਨ ਕਰਕੇ ਭੇਜ ਦੇਗਾ। ਡਰੋਈ ਕੌਣ ਹੋਏਗਾ, ਬੀ ਹੋ ਜਾਏਗਾ। ਠੀਕ ਹੈ, ਤਾਂ ਐਡਰੈਸ ਡਰੋਰ ਦਾ, ਐਡਰੈਸ ਡਰੋਈ ਦਾ। ਠੀਕ ਹੈ ਨਾ, ਮਤਲਬ ਕਿ ਜੇ ਏ ਭੇਜਦਾ, ਏ ਸਾਈਨ ਕਰਕੇ ਭੇਜਦਾ, ਤਾਂ ਇਹ ਬੀ ਕੋਲ ਜਾਏਗਾ, ਬੀ ਸਾਈਨ ਕਰਕੇ ਭੇਜ ਦੇਗਾ, ਇਹ ਵਾਪਸ ਇਸ ਕੋਲ ਆ ਜਾਏਗਾ ਬਿੱਲ। ਤਾਂ ਇਹ ਆਪਣੇ ਕੋਲ ਰੱਖ ਲਏਗਾ ਜਦ ਤੱਕ ਪੇਮੈਂਟ ਨਹੀਂ ਹੁੰਦੀ। ਉਹ ਤੁਹਾਨੂੰ ਮੈਂ ਅੱਗੇ ਦੱਸਾਂਗਾ ਕਿ ਫਿਰ ਉਸ ਤੋਂ ਬਾਅਦ ਜਦੋਂ ਪੇਮੈਂਟ ਹੋਣ ਲੱਗਦੀ ਹੈ ਤਾਂ ਕੀ ਫਿਰ ਬਿੱਲ ਐਕਸਚੇਂਜ ਵੀ ਹੁੰਦਾ। ਉਹ ਤੁਹਾਨੂੰ ਮੈਂ ਅੱਗੇ ਜਦੋਂ ਮੈਂ ਜਨਰਲ ਐਂਟਰੀ ਇੱਕ ਮੈਂ ਤੁਹਾਨੂੰ ਜਾਂਦੇ ਹੋਏ ਕਿ ਜਨਰਲ ਐਂਟਰੀ ਕਰਾਵਾਂਗਾ, ਜਿਹਦੇ ਨਾਲ ਤੁਹਾਨੂੰ ਇੱਕ ਸਮਝ ਆ ਜਾਏ ਕੰਸੈਪਟ। ਅਤੇ ਨੈਕਸਟ ਲੈਕਚਰ ਵਿੱਚ ਮੈਂ ਪੂਰਾ ਐਕਸਪਲੇਨ ਕਰ ਦਾਂਗਾ ਜਨਰਲ ਐਂਟਰੀਜ਼ ਦਾ। ਅੱਜ ਤਾਂ ਆਪਾਂ ਸਿਰਫ ਇੰਟਰੋਡਕਸ਼ਨ ਦੇਖ ਰਹੇ ਹਾਂ। ਠੀਕ ਹੈ, ਤਾਂ ਆਪਾਂ ਇਹ ਦੇਖੋ ਆ ਰਿਹਾ ਇੱਕ ਜਾਂਦੇ ਹੋਏ ਮੈਂ ਤੁਹਾਨੂੰ ਐਗਜ਼ਾਮਪਲ ਵੀ ਦੇਵਾਂਗਾ। ਫਿਲਹਾਲ ਮੈਂ ਤੁਹਾਨੂੰ ਇਹ ਸਮਝਾ ਰਿਹਾ, ਇੱਕ ਏ ਹੈ, ਇੱਕ ਬੀ ਹੈ। ਠੀਕ ਹੈ, ਇਹ ਸੈਲਰ ਹੈ, ਇਹ ਡਰੋਰ ਹੈ। ਠੀਕ ਹੈ, ਇਹ ਪਰਚੇਸਰ ਹੈ, ਇਹ ਅਸੈਪਟਰ ਹੈ। ਅਸੈਪਟਰ ਮਤਲਬ ਜਿਹੜਾ ਅਸੈਪਟ ਕਰ ਰਿਹਾ ਬਿੱਲ। ਠੀਕ ਹੈ, ਇਹਨੂੰ ਬੀ ਨੂੰ ਆਪਾਂ ਇੱਕ ਤਰ੍ਹਾਂ ਦਾ ਡਰੋਈ ਵੀ ਕਹਾਂਗੇ, ਡਰੋਈ। ਠੀਕ ਹੈ, ਡਰੋਈ ਵੀ ਕਹਾਂਗੇ ਆਪਾਂ। ਠੀਕ ਹੈ, ਏ ਨੇ ਮਾਲ ਵੇਚਿਆ ਬੀ ਨੂੰ, ਕ੍ਰੈਡਿਟ 'ਤੇ ਵੇਚਿਆ। ਏ ਨੇ ਮਾਲ ਵੇਚਿਆ ਬੀ ਨੂੰ ਕ੍ਰੈਡਿਟ 'ਤੇ। ਕ੍ਰੈਡਿਟ ਦੀ ਐਂਟਰੀ ਕੀ ਹੋਏਗੀ ਦੱਸੋ? ਪਾਰਟੀ ਦਾ ਨੇਮ ਉੱਪਰ ਆ ਜਾਏਗਾ, ਕਿਉਂਕਿ ਆਪਾਂ ਕੈਸ਼ ਵਿੱਚ ਲੈ ਨਹੀਂ ਰਹੇ ਪੈਸੇ, ਤਾਂ 10,000 ਰੁਪਇਆ ਡੈਬਿਟ ਕਰਾਂਗੇ। ਉਨਾ ਹੀ ਇਫੈਕਟ ਆਪਾਂ ਸੇਲ ਟੂ ਸੇਲ ਆਪਾਂ ਸੇਲ ਕੀਤੀ ਹੈ, ਕ੍ਰੈਡਿਟ ਕਰਾਂਗੇ 10,000 ਰੁਪਇਆ। 10,000 ਰੁਪਇਆ 10,000 ਰੁਪਇਆ ਸਾਡੇ ਪਾਰਟੀ ਦਾ ਨੇਮ ਆ ਗਿਆ, ਪਲੱਸ ਹੋ ਜਾਏਗਾ, ਮਾਈਨਸ ਕੀ ਹੋਏਗਾ, ਮਾਲ ਗਿਆ ਮਾਈਨਸ ਹੋ ਜਾਏਗਾ। ਡੈਬਿਟ ਕ੍ਰੈਡਿਟ ਦਾ ਸਿਸਟਮ ਹੋ ਗਿਆ, ਕਿਉਂਕਿ ਪਲੱਸ ਆਪਾਂ ਬੀ ਦਾ ਪਾਰਟੀ ਦਾ ਨੇਮ ਕਿਉਂ ਕੀਤਾ, ਕਿਉਂਕਿ ਹਾਲੇ ਸਾਡੇ ਕੋਲ ਕੈਸ਼ ਨਹੀਂ ਆਇਆ। ਠੀਕ ਹੈ,
ठीक है। ए ने माल बेचे हैं, तो बी कोल की आया, माल आया, वो की करेगा, प्लस की करेगा, डैबिट की करेगा, परचेस करेगा, परचेस उन्हें डैबिट करता, तो कित्थों किता उन्हें कैश नहीं दिता, हले वो पार्टी का नेम आ जाएगा उसकी जगह। किस तो लिता उन्हें परचेस क्रेडिट ते ए दा लिता, ठीक है, ए दा लिता, ਤਾਂ ਇਹ ਕਰਨ ਪਹਿਲੀ ਐਂਟਰੀ ਹੋ ਗਈ। ਹੁਣ ਪਹਿਲੀ ਐਂਟਰੀ ਹੋਣ ਤੋਂ ਬਾਅਦ, ਜਦੋਂ ਤੁਹਾਨੂੰ ਮੈਂ ਦੱਸਿਆ ਸੀ ਕਿ ਪਹਿਲੀ ਐਂਟਰੀ ਹੋਣ ਤੋਂ ਬਾਅਦ ਇਹ ਨੇ ਤਾਂ ਪੈਸੇ ਲੈਣੇ ਆ ਉਸ ਤੋਂ, ਇਹਨੇ ਪੈਸੇ ਲੈਣੇ ਆ, ਮਗਰ ਉਹਨੂੰ ਵਿਸ਼ਵਾਸ ਨਹੀਂ ਹੈ ਬੀ 'ਤੇ ਵਿਸ਼ਵਾਸ ਨਾ ਹੋਣ ਕਰਕੇ ਉਹ ਇੱਕ ਬਿੱਲ ਕ੍ਰੀਏਟ ਕਰੇਗਾ ਨਾ, ਕਿ ਉਹ ਬਿੱਲ ਕ੍ਰੀਏਟ ਕਰੇਗਾ। ਜਦੋਂ ਬਿੱਲ ਕ੍ਰੀਏਟ ਕਰਕੇ ਇਹ ਤੁਸੀਂ ਐਂਟਰੀ, ਮੈਂ ਹਾਲੇ ਇਸ ਐਂਟਰੀ 'ਤੇ ਨਾ ਪਹੁੰਚੂ, ਉਸ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਸਮਝਾ ਰਿਹਾ ਕਿ ਜਦੋਂ ਉਹ ਬਿੱਲ ਕ੍ਰੀਏਟ ਕਰੇਗਾ, ਬਿੱਲ ਕ੍ਰੀਏਟ ਕਰਕੇ ਹਲੇ ਉਹਨੇ ਜਦੋਂ ਬਿੱਲ ਕ੍ਰੀਏਟ ਕੀਤਾ, ਬਿੱਲ ਕ੍ਰੀਏਟ ਕਰਕੇ ਉਸ ਵਿੱਚ ਸਾਰਾ ਕੁਝ ਮੈਂਸ਼ਨ ਕਰਕੇ, ਜਿਵੇਂ ਤੁਹਾਨੂੰ ਮੈਂ ਉੱਪਰ ਪਰਫੋਰਮਾ ਦੱਸਿਆ, ਮੈਂਸ਼ਨ ਕਰਕੇ ਉਹ ਬੀ ਕੋਲ ਭੇਜੇਗਾ, ਬੀ ਉਹਦੇ ਉੱਪਰ ਸਾਈਨ ਕਰੇਗਾ, ਜਦੋਂ ਸਾਈਨ ਕਰਕੇ ਭੇਜੇਗਾ ਨਾ, ਤਾਂ ਉਦੋਂ ਐਂਟਰੀ ਬਣੇਗੀ ਕਿ ਮੈਨੇ ਏ ਨੂੰ ਬਿੱਲ ਪੇਬਲ, ਮਤਲਬ ਕਿ ਇੰਨੇ ਮੈਨੇ ਅਮਾਊਂਟ ਦੇ ਮੈਨੇ ਬਿੱਲ ਭੇਜੇ ਹੈ, ਠੀਕ ਹੈ ਨਾ। ਸਾਈਨ ਕਰਕੇ ਉਹ ਬਿੱਲ ਪੇਬਲ ਬਣ ਗਿਆ, ਠੀਕ ਹੈ ਨਾ। ਤਾਂ ਜਦੋਂ ਇਸ ਕੋਲ ਰਿਸੀਵ ਹੋਇਆ ਤਾਂ ਉਹ ਬਿੱਲ ਰਿਸੀਵੇਬਲ ਬਣ ਗਿਆ, ਕਿ ਇਸ ਕੋਲ ਬਿੱਲ ਆ ਗਿਆ, ਮਤਲਬ ਜੋ ਚੀਜ਼ ਆਉਂਦੀ ਹੈ ਉਹਨੂੰ ਕੀ ਕਰਦੇ ਹਾਂ ਆਪਾਂ, ਪਲੱਸ ਕਰਦੇ ਹਾਂ, ਡੈਬਿਟ ਕਰਦੇ ਹਾਂ। ਬਿੱਲ ਆ ਗਿਆ ਉਸ ਕੋਲ, ਕਿਸ ਤੋਂ ਆਇਆ, ਕਿਸ ਪਾਰਟੀ ਤੋਂ ਆਇਆ, ਬੀ ਤੋਂ ਆਇਆ, ਤਾਂ ਬੀ ਆਪਾਂ ਕ੍ਰੈਡਿਟ ਕਰ ਦਿੰਦੇ ਹਾਂ, ਠੀਕ ਹੈ, ਜਿਸ ਪਾਰਟੀ ਤੋਂ ਆਇਆ, ਠੀਕ ਹੈ ਨਾ। ਬੀ ਤੋਂ ਆਇਆ, ਏ ਨੂੰ ਇਹਨੇ ਬਿੱਲ ਦਿੱਤਾ, ਤਾਂ ਬਿੱਲ ਗਿਆ, ਮਾਈਨਸ ਹੋਇਆ, ਕ੍ਰੈਡਿਟ ਹੋਇਆ, ਕਿਸ ਬੰਦੇ ਨੂੰ ਦਿੱਤਾ, ਏ ਨੂੰ ਦਿੱਤਾ, ਏ ਪਲੱਸ ਹੋਇਆ, ਡੈਬਿਟ ਹੋਇਆ, ਠੀਕ ਹੈ। 10,000 ਰੁਪਇਆ, ਠੀਕ ਹੈ। ਇੱਕ ਆਪਾਂ ਐਗਜ਼ਾਮਪਲ ਲੈ ਕੇ ਜਾਂਦੇ, 10 ਸਪੋਜ਼ ਕਰੋ ਅਮਾਊਂਟ 10,000 ਦੀ ਸੀ, ਠੀਕ ਹੈ ਨਾ। ਬਿੱਲ ਰਿਸੀਵੇਬਲ ਉਦੋਂ ਤੱਕ ਨਹੀਂ ਹੋਏਗਾ ਜਦ ਤੱਕ ਇਹ ਜਿਹੜਾ ਬਿੱਲ ਉੱਪਰ ਸਾਈਨ ਨਾ ਕਰ ਦੇ, ਜਦ ਤੱਕ ਸਾਈਨ ਨਹੀਂ ਤਦ ਤੱਕ ਕੁਛ ਵੀ ਨਹੀਂ, ਬੀ ਨੇ ਜਦ ਤੱਕ ਸਾਈਨ ਨਹੀਂ ਕੀਤਾ ਤਦ ਤੱਕ ਕੁਛ ਵੀ ਨਹੀਂ, ਠੀਕ ਹੈ ਨਾ ਫਰੈਂਡਸ। ਹੁਣ ਉਰੇ ਉਹਨੇ ਸਾਈਨ ਕਰਤੇ, ਤਾਂ ਉਰੇ ਸਾਈਨ ਕਰਨ ਤੋਂ ਬਾਅਦ ਉਹ ਪਹਿਲੀ ਐਂਟਰੀ ਇਹ ਹੋਏਗੀ, ਇਹਨੇ ਐਂਟਰੀ ਕੀਤੀ ਰਿਸੀਵ, ਉਸ ਤੋਂ ਬਾਅਦ ਬੀ ਕੋ ਚਲਾ ਗਿਆ, ਬੀ ਨੇ ਇਹ ਐਂਟਰੀ ਕੀਤੀ ਕਿ ਬਿੱਲ ਰਿਸੀਵੇਬਲ, ਮੈਨੂੰ ਬੀ ਕੋਲ ਬਿੱਲ ਆ ਗਿਆ, ਅਤੇ ਕਿੱਥੋਂ ਆਇਆ, ਬੀ ਤੋਂ ਆਇਆ, ਠੀਕ ਹੈ, ਆ ਗਿਆ। ਤੁਹਾਨੂੰ ਨਾ ਸਮਝ ਆ ਗਿਆ ਨਾ। ਇੱਕ ਵਾਰੀ ਤੁਹਾਨੂੰ ਮੈਂ ਇੱਕ ਰਿਵੀਜ਼ਨ ਕਰਾਉਣਾ ਹੈ। ਸਪੋਜ਼ ਕਰੋ ਦੋ ਬੰਦੇ ਸੀ, ਏ ਸੀ, ਬੀ ਸੀ। ਏ ਨੇ ਮਾਲ ਵੇਚਿਆ ਬੀ ਨੂੰ, ਅਤੇ ਬੀ ਕਹਿੰਦਾ ਮੇਰੇ ਕੋਲ ਹਲੇ, ਅਸੀਂ ਉਧਾਰੀ 'ਤੇ ਵੇਚਿਆ, ਬੀ ਕਹਿੰਦਾ ਹਲੇ ਮੇਰੇ ਕੋਲ ਪੈਸੇ ਨਹੀਂ ਹੈ, ਤਾਂ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ। ਇਹ ਕਹਿੰਦਾ ਮੈਨੂੰ ਐਵੀਡੈਂਸ ਦੀ ਲੋੜ ਹੈ, ਤਾਂ ਇਹ ਕੀ ਕਰੇਗਾ, ਬਿੱਲ ਕ੍ਰੀਏਟ ਕਰੇਗਾ। ਹਲੇ ਉਹ ਬਿੱਲ ਕ੍ਰੀਏਟ ਕੀਤਾ, ਹਲੇ ਬਿੱਲ ਕ੍ਰੀਏਟ ਕਰਨ ਵੇਲੇ ਉਹ ਬਿੱਲ ਰਿਸੀਵੇਬਲ ਨਹੀਂ ਬਣ ਗਿਆ ਜਾਂ ਬਿੱਲ ਪੇਏਬਲ ਨਹੀਂ ਬਣ ਗਿਆ। ਜਦੋਂ ਉਹਨੇ ਕ੍ਰੀਏਟ ਕੀਤਾ ਬਿੱਲ ਕ੍ਰੀਏਟ ਕੀਤਾ ਉਸਨੇ, ਬਿੱਲ ਕ੍ਰੀਏਟ ਇਸਦਾ ਨਾਮ ਲਿਖਿਆ, ਪਾਰਟੀ ਦਾ ਨਾਮ ਲਿਖਿਆ, ਉਹਨੇ ਅਮਾਊਂਟ ਲਿਖੀ, ਸਭ ਕੁਝ ਲਿਖਿਆ, ਤਾਂ ਆਪਣੇ ਸਾਈਨ ਕਰਕੇ ਭੇਜਤਾ ਉਹਨੇ ਬੀ ਕੋਲ। ਬੀ ਨੇ ਜਦੋਂ ਉਹਨੂੰ ਅਸੈਪਟ ਕੀਤਾ ਅਤੇ ਉਹਦੇ ਉੱਪਰ ਆਪਣੇ ਸਿਗਨੇਚਰ ਕੀਤੇ, ਤਦ ਉਹ ਬਿੱਲ ਰਿਸੀਵੇਬਲ ਬਣੇਗਾ, ਅਤੇ ਇਸ ਵੱਲੋਂ ਇਹਦਾ ਬਿੱਲ ਪੇਏਬਲ ਬਣੇਗਾ, ਠੀਕ ਹੈ ਨਾ। ਇੱਕ ਡਾਕੂਮੈਂਟ ਆ ਗਿਆ, ਇੱਕ ਐਵੀਡੈਂਸ ਆ ਗਿਆ, ਠੀਕ ਹੈ ਨਾ। ਤਾਂ ਇੰਨੀ ਅਮਾਊਂਟ ਦੀ ਪੈ ਜਾਏਗੀ ਕਿ ਇਸ ਕੋਲ ਬਿੱਲ ਆਇਆ ਤਾਂ ਪਲੱਸ ਹੋਇਆ, ਡੈਬਿਟ ਹੋਇਆ ਟੂ ਬੀ ਅਕਾਊਂਟ, ਇਸ ਕੋਲ ਉਹ ਗਿਆ ਤਾਂ ਬਿੱਲ ਪੇਏਬਲ ਮਾਈਨਸ ਕ੍ਰੈਡਿਟ, ਅਤੇ ਇਹ ਜਿਸ ਪਾਰਟੀ ਦਾ ਨਾਮ ਹੈ ਪਲੱਸ ਹੋ ਜਾਏਗਾ, ਕਿਉਂਕਿ ਮੈਨੇ ਇਸ ਪਾਰਟੀ ਨੂੰ ਦਿੱਤਾ ਤਾਂ ਪਲੱਸ ਕਰਾਂਗੇ ਨਾ ਆਪਾਂ, ਕਿਉਂਕਿ ਡੈਬਿਟ ਕਰਾਂਗੇ ਆਪਾਂ। ਤਾਂ ਉਸ ਤੋਂ ਬਾਅਦ ਜਦੋਂ ਆ ਗਈ ਡਿਊ ਡੇਟ, ਠੀਕ ਹੈ, 1/4 ਨੂੰ ਲਿੱਤਾ ਸੀ, 1/4 ਨੂੰ ਆਪਾਂ ਨੇ ਕ੍ਰੀਏਟ ਕੀਤਾ ਸੀ, ਤਾਂ 3 ਮਹੀਨੇ ਦੇ ਬਾਅਦ ਮੈਂ ਤੁਹਾਨੂੰ ਦੱਸਿਆ ਸੀ 3 ਦਿਨ ਦੀ ਗ੍ਰੇਸ ਮਿਲਦੀ ਹੈ, ਤਾਂ ਆਪਾਂ 4/7 ਨੂੰ ਆ ਗਏ, 4/7 ਨੂੰ ਆ ਗਏ। 4/7 ਨੂੰ ਆਉਣ ਤੋਂ ਬਾਅਦ ਤਾਂ ਆਪਾਂ ਨੇ ਕੈਸ਼, ਹੁਣ ਉਰੇ ਉਹ ਕਹਿੰਦਾ ਕਿ ਜੋ ਤੈਨੂੰ ਮੈਂ ਬਿੱਲ ਦਿੱਤਾ ਸੀ, ਤੋ ਮੈਨੂੰ ਜੋ ਤੈਨੂੰ ਮੈਂ ਸਾਈਨ ਕਰਕੇ ਬਿੱਲ ਦਿੱਤਾ ਹੈ, ਸਾਈਨ ਕਰਕੇ ਬਿੱਲ ਦਿੱਤੇ ਹੈ ਤੈਨੂੰ ਮੈਂ, ਤਾਂ ਮੈਨੂੰ ਵਾਪਸ ਤਾਂ ਦੇ, ਅਤੇ ਇਹ ਬਿੱਲ ਦੇਗਾ ਵਾਪਸ, ਠੀਕ ਹੈ ਨਾ। ਇਹ ਵਾਪਸ ਦੇਗਾ ਬਿੱਲ, ਇਹਨੂੰ ਵਾਪਸ ਦੇਗਾ। ਹਲੇ ਇਹ ਟ੍ਰਾਂਜੈਕਸ਼ਨ ਹੋਈ ਨਹੀਂ ਹੈ, ਟ੍ਰਾਂਜੈਕਸ਼ਨ ਹੁਣ ਦੇਖੋ। ਉਸ ਤੋਂ ਬਾਅਦ ਤੁਹਾਨੂੰ ਮੈਂ ਸਿਰਫ ਟਰਮ ਸਮਝਾ ਰਿਹਾ ਕਿ ਇਹ ਜਿਹੜਾ ਇਹ ਹੈ ਬਿੱਲ, ਜਦੋਂ ਆਪਣਾ 3 ਮਹੀਨੇ ਪੂਰੇ ਹੋ ਗਏ, ਉੱਪਰ 3 ਦਿਨ ਦੀ ਗ੍ਰੇਸ ਵੀ ਹੋ ਗਈ, ਤਾਂ ਬੀ ਕਹੇਗਾ ਜਿਹੜੇ ਤੈਨੂੰ ਮੈਂ ਸਾਈਨ ਕਰਕੇ ਡਾਕੂਮੈਂਟ ਭੇਜਿਆ ਉਹ ਮੈਨੂੰ ਵਾਪਸ ਤਾਂ ਦੇ, ਤਾਂ ਹੀ ਤੈਨੂੰ ਮੈਂ ਪੈਸੇ ਦੇਵਾਂਗਾ। ਉਹ ਵੀ ਤਾਂ ਐਵੀਡੈਂਸ ਚਾਹੁੰਦਾ ਕਿ ਹਾਂ ਮੈਨੇ ਅੱਗੋਂ ਆਪਣੇ ਪੈਸੇ ਦਿੱਤਾ ਹੋਇਆ, ਇਹ ਇਕੱਲਾ ਥੋੜ੍ਹਾ ਐਵੀਡੈਂਸ ਚਾਹੁੰਦਾ, ਬੀ ਵੀ ਤਾਂ ਚਾਹੁੰਦਾ ਨਾ, ਜਿਹੜਾ ਮਾਲ ਖਰੀਦ ਰਿਹਾ ਉਹ ਵੀ ਤਾਂ ਐਵੀਡੈਂਸ ਚਾਹੁੰਦਾ। ਤਾਂ ਬੀ ਬਿਲਕੁਲ ਜਿਹੜਾ ਉਸਨੇ ਸਾਈਨ ਕਰਕੇ ਦਿੱਤਾ ਹੁੰਦਾ ਵਾਪਸ ਚਲਾ ਜਾਏਗਾ ਬੀ ਕੋਲ, ਬੀ ਉਹਦੇ ਉੱਪਰ ਲੈ ਕੇ ਫਿਰ ਉਹਦੇ ਉੱਪਰ ਪੇਮੈਂਟ ਕਰੇਗਾ, ਠੀਕ ਹੈ ਨਾ। ਬੀ ਉਹਦੇ ਉੱਪਰ ਲੈ ਕੇ ਉਹਦੀ ਪੇਮੈਂਟ ਕਰੇਗਾ, ਤਾਂ ਪੇਮੈਂਟ ਕਰਨ ਦੀ ਕਿਵੇਂ ਐਂਟਰੀ ਹੋਏਗੀ, ਇਸ ਕੋਲ ਪੈਸਾ ਆ ਗਿਆ, ਤਾਂ ਇਹ ਕੀ ਕਹੇਗਾ, ਮੈਨੂੰ ਕਿਵੇਂ ਆਇਆ ਪੈਸਾ, ਬਿੱਲ ਰਿਸੀਵੇਬਲ ਮਤਲਬ ਕਿ ਮੈਨੂੰ ਡੈਟਰ ਤੋਂ ਮੇਰੇ ਕੋਲ ਪੈਸਾ ਆ ਗਿਆ। ਬਿੱਲ ਰਿਸੀਵੇਬਲ ਮਤਲਬ ਕਿ ਮੈਨੇ ਕੈਸ਼ ਦੇ ਤਾ, ਬਿੱਲ ਜਿੱਥੋਂ ਬਿੱਲ ਮੈਨੂੰ ਰਿਸੀਵ ਹੋਇਆ 10,000, ਠੀਕ ਹੈ। ਅਤੇ ਇਹ ਬਿੱਲ ਲੈ ਕੇ ਬੀ ਨੇ ਬਿੱਲ ਲੈ ਲਿਆ, ਲੈ ਕੇ ਇਹਨੇ ਕੈਸ਼ ਦੇ ਦਿੱਤਾ,
ठीक है ना, इन्हें कैश ला के बिल देता, इस तरह पूरी एंट्री होएगी या 2 एंट्री होएगी। ठीक है ना, क्योंकि बिल पेबल क्यों है, क्योंकि इन्हें पैसा देना है। ठीक है ना, क्रेडिटर हो गया था, तो ए ली बी डेटर हो गया। ठीक है ना, बी ली ए क्रेडिटर हो गया। ਤਾਂ ਇਹ ਪੂਰੇ ਸਿੰਪਲ ਟਰਮ 'ਚ ਸਿਰਫ ਤੁਹਾਨੂੰ ਮੈਂ ਇੰਟਰੋਡਕਸ਼ਨ ਦਿੱਤੀ ਹੈ। ਆਉਣ ਵਾਲਾ ਜਿਹੜਾ ਲੈਕਚਰ ਆਏਗਾ ਦੂਜਾ, ਉਹਦੇ 'ਚ ਸਾਰਾ ਆਪਾਂ ਇੱਕ ਵਾਰ ਐਕਸਪਲੇਨ ਕਰਾਂਗੇ ਤਾਂ ਕਿ ਤੁਹਾਨੂੰ ਪੂਰਾ ਕਨਸੈਪਟ ਸਮਝ ਆ ਜਾਵੇ। ਫਿਲਹਾਲ ਤੁਹਾਨੂੰ ਮੈਂ ਅੱਜ ਇੰਟਰੋਡਕਸ਼ਨ ਸਮਝਾਈ ਹੈ ਕਿ ਆਪਾਂ ਕਿਸ ਤਰ੍ਹਾਂ ਬਿੱਲ ਆਫ ਐਕਸਚੇਂਜ ਆਪਾਂ ਕਵਾਂਗੇ। ਠੀਕ ਹੈ ਨਾ, ਏ ਅਤੇ ਬੀ ਵਿੱਚ ਕਿਸ ਤਰ੍ਹਾਂ ਆਪਾਂ ਟ੍ਰਾਂਜੈਕਸ਼ਨਸ ਹੁੰਦੀਆਂ ਉਹ ਸਾਰੀ ਆਪਾਂ ਅੱਜ ਗੱਲ ਕੀਤੀ ਹੈ। ਠੀਕ ਹੈ, ਤਾਂ ਆ ਜਾ ਕੇ ਥੋੜ੍ਹੇ ਕੁਝ MCQs ਵੀ ਕਰਾਂਗੇ। MCQs ਦੀ ਗੱਲ ਕਰਾਂਗੇ। ਪਹਿਲਾ MCQ ਹੈ पहला है बिल प्रोमिस कंटेन्स ऑफ आ प्रोमिस है, अनकंडीशनल ऑर्डर है, रिक्वेस्ट है या इंडोर्स है। की प्रोमिस करता है कंटेन्स, आ बिल प्रोमिस कंटेन्स दी की करता है दसो। आप ऊपर डेफिनेशन पढ़ के आए आ देखो आ रहा दसो। ये करेगा कंटेनिंग दी अनकंडीशनल ऑर्डर, अपने डेफिनेशन पढ़ी है ना, वही MCQ पूछ लिया उसने। ठीक है ना, ये आ जाएगा बी ऑप्शन अनकंडीशनल ऑर्डर। दूजा क्वेश्चन है एक्सेप्टर ऑफ द बिल की कहा जाएगा। एक्सेप्टर ऑफ द बिल की कौन कहा जाएगा, तारा दसिया सी। ड्रॉर कौन है, ए है। पेई ए भी हो सकता है या बैंक भी हो सकता है या इंडोरसी भी हो सकता है। इंडोरसी मतलब जब ए ने सी नूं देता, क्योंकि ए ने पैसे सी नूं देने सी, तो सी एक्चुअल च बी तो पैसे ले लेगा। इंडोरसी भी हो सकता है। ठीक है, ड्रॉ ਜਿਹੜਾ बिल क्रिएट कर रहा है, ड्रॉई ਜਿਹੜਾ बिल रिसीव कर रहा है। ठीक है, एक्सेप्टर मतलब ड्रॉई ਜਿਹੜਾ बिल रिसीव कर रहा है बी, पूरे बी की गल करांगे ਆਪਾਂ। ठीक है, ए ऑप्शन आ जाएगा। तो अगला क्वेश्चन है एक्ट ऑफ ट्रांसफरिंग द बिल फ्रॉम वन परसन टू अनदर परसन। ਆਪਾਂ ਨੇ ट्रांसफर किया बिल वन परसन टू ए परसन, जिवें ए सी बी सी ए ने बी तो पैसे लेने सी, मगर ਅੱਗੋਂ ਇਹਨੇ ਸੀ ਨੂੰ ਪੈਸੇ ਦੇਣੇ ਸੀ। ਤਾਂ ਇਹ ਬਿੱਲ ਜਿਹੜਾ ਬੀ ਵਾਲਾ ਬਿੱਲ ਹੈ, ਇਹਨੇ ਕੀ ਕੀਤਾ, ਸੀ ਨੂੰ ਟਰਾਂਸਫਰ ਕਰਤਾ ਕਿ ਤੂੰ ਬੀ ਤੋਂ ਪੈਸੇ ਲੈ ਲਈ। ਠੀਕ ਹੈ ਨਾ, ਤਾਂ ਇਹ ਆਪਣਾ ਨਿਕਲ ਗਿਆ। ਉਹ ਕਹਿੰਦਾ ਹੁਣ ਬਸ ਬੀ ਦੇ ਦੋਨਾਂ ਦੀ ਟ੍ਰਾਂਜੈਕਸ਼ਨ ਰਹੇਗੀ। ਜਿਹੜੀ ਟਰਾਂਸਫਰਿੰਗ ਹੋਏਗੀ, ਇਹ ਜਦ ਸੀ ਨੂੰ ਟਰਾਂਸਫਰ ਕਰ ਰਿਹਾ ਬਿੱਲ, ਉਸ ਨੂੰ ਕਵਾਂਗੇ ਐਂਡੋਰਸ ਕਰ ਰਿਹਾ ਬਿੱਲ। ਠੀਕ ਹੈ ਫਰੈਂਡਸ, ਐਂਡੋਰਸਮੈਂਟ ਆ ਜਾਏਗੀ। ਅੱਗੇ ਦਾ ਪੀਰੀਅਡ ਆਫ ਟਾਈਮ ਆਫਟਰ ਦਾ ਵਿਚ ਵਿਲ ਬਿਕਮਸ ਦਾ ਪੇਏਬਲ ਦੱਸੋ। डेस ऑफ ग्रेस होएगी जब एक टाइम आ जाएगा जो बिल पेएबल हो जाएगा। डेस ऑफ ग्रेस होएगी, यूसेनेंस होएगी, टैनर होएगा या नन ऑफ दिस होएगा। ये डेस ऑफ ग्रेस होएगी। 3 महीने टाइम मिला सी प्लस 3 डेज की ग्रेस मिल गई। एक्चुअल जी डेट बैठेगी उसनों ही आप कहोगे डेस ऑफ ग्रेस तो बाद ही होया ना, वही चीज़ पूछ रहे हो कि डेस ऑफ ग्रेस मिलने तो बाद द पीरियड ऑफ टाइम डेस ऑफ ग्रेस तो मिलती है। ठीक है ना, अगे आ गया बिल रिसीवेबल बुक इज़ द पार्ट ऑफ, किदा पार्ट है बिल रिसीवेबल। तो मैं जो सबसिडरी बुक कराई सी तो मैं दसिया जर्नल है, लैजर है, ट्रेडिंग अकाउंट है, PNN अकाउंट है। बुक है बिल रिसीवेबल दसो। तो मैं पिछले लैक्चर भी सबसिडरी बुक से दसिया भी सी। इसका आंसर मैंने तुम कमेंट च करो एक बारी। ਜੇ ਤੁਹਾਨੂੰ ਤਾਂ ਵੀ ਕੋਈ ਪ੍ਰੋਬਲਮ ਆਇਆ ਤਾਂ ਤੁਸੀਂ ਮੈਨੂੰ ਦੱਸਿਓ, ਮੈਂ ਉਹਦਾ ਰਿਪਲਾਈ ਕਰਾਂਗਾ ਜਾਂ ਨੈਕਸਟ ਲੈਕਚਰ ਵਿੱਚ ਵੀ ਲਵਾਂਗਾ। ਠੀਕ ਹੈ ਨਾ ਫਰੈਂਡਸ, ਜੇ ਤੁਹਾਨੂੰ ਅੱਜ ਦਾ ਲੈਕਚਰ ਮੇਰਾ ਵਧੀਆ ਲੱਗਿਆ ਹੋਵੇ, ਚੰਗਾ ਲੱਗਿਆ ਹੋਵੇ, ਤਾਂ ਇਹਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰਨਾ ਆਪਾਂ ਨੇ। ਠੀਕ ਹੈ ਨਾ, ਅਤੇ ਆਪਾਂ ਨੇ ਜਿਹੜੀ ਪਟਵਾਰੀ ਦੇ ਐਗਜ਼ਾਮ ਆ ਰਿਹਾ, ਤਾਂ ਐਗਜ਼ਾਮ ਲਈ ਆਪਾਂ ਨੇ ਪਹਿਲੇ ਹੀ ਤਿਆਰੀ ਸਾਰੀ ਕਰਨੀ ਹੈ। ਜਦੋਂ ਐਪਲੀਕੇਸ਼ਨ ਆਈ ਉਦੋਂ ਨਹੀਂ ਆਪਾਂ ਤਿਆਰੀ ਕਰ ਸਕਦੇ, ਉਦੋਂ ਸਾਡੇ ਕੋਲ ਇੰਨਾ ਟਾਈਮ ਨਹੀਂ ਹੋਏਗਾ ਕਿ ਆਪਾਂ ਤਿਆਰੀ ਕਰਾਂਗੇ। ਜੇ ਆਪਾਂ ਪਹਿਲੇ ਆਪਾਂ ਐਡਵਾਂਸ 'ਚ ਤਿਆਰੀ ਕਰਾਂਗੇ ਤਾਂ ਹੀ ਅਸੀਂ ਇੱਕ ਮਤਲਬ ਕਿ ਕੈਪੇਬਲ ਹੋਵਾਂਗੇ। ਠੀਕ ਹੈ ਨਾ, ਐਕਚੁਅਲ 'ਚ ਤਾਂ ਜੇ ਆਪਾਂ ਨਾਲ ਲੈਕਚਰਸ ਦੇਖੀ ਜਾਵਾਂਗੇ, ਮਤਲਬ ਕਿ ਤਿਆਰੀ ਚੰਗੀ ਹੋ ਜਾਏਗੀ, ਸਾਡਾ ਕੌਨਫੀਡੈਂਸ ਵਧੇਗਾ। ਠੀਕ ਹੈ ਨਾ, ਉਸ ਵੇਲੇ ਬਾਕੀ ਆਪਾਂ ਸਬਜੈਕਟਿਵਸ ਨਾਲ ਕਰਨੇ ਹੋਣਗੇ। ਜੇ ਆਪਾਂ ਪਹਿਲੇ ਐਡਵਾਂਸ ਚੱਲਾਂਗੇ, ਥੋੜ੍ਹਾ ਪਹਿਲੇ ਐਡਵਾਂਸ ਚੱਲਾਂਗੇ, ਤਾਂ ਸਾਡੀ ਤਿਆਰੀ ਬਹੁਤ ਅੱਛੀ ਹੋ ਜਾਏਗੀ। ਇਹ ਸਾਡਾ ਹੀ ਬੈਨੀਫਿਟ ਹੈ, ਜਿਸ 'ਚ ਕਿਸੇ ਹੋਰ ਦਾ ਬੈਨੀਫਿਟ ਥੋੜ੍ਹਾ ਹੈ। ਜਿਹੜਾ ਪੜ੍ਹਾ ਰਿਹਾ ਉਹਦਾ ਬੈਨੀਫਿਟ ਨਹੀਂ ਹੈ। ਸਮਝ, ਜਿਹੜਾ ਬੰਦਾ ਪੇਪਰ ਦੇ ਰਿਹਾ ਉਸਨੂੰ ਪਹਿਲੇ ਆਪਣੀ ਐਡਵਾਂਸ ਤਿਆਰੀ ਕਰਨੀ ਹੀ ਚਾਹੀਦੀ ਹੈ। ਤਾਂ ਮੇਰੀ ਰਿਕੁਐਸਟ ਹੈ ਕਿ ਤੁਸੀਂ ਅੱਜ ਤੋਂ ਹੀ ਜਾਂ ਉਸ ਤੋਂ ਬਾਅਦ ਜੇ ਜਿਸ ਨੇ ਤਿਆਰੀ ਅੱਜ ਤੋਂ ਨਹੀਂ ਸਟਾਰਟ ਕੀਤੀ ਤਾਂ ਅੱਜ ਤੋਂ ਹੀ ਤਿਆਰੀ ਸਟਾਰਟ ਕਰ ਲਵੇ, ਤਾਂ ਕਿ ਉਹਦਾ ਹੀ ਫਾਇਦਾ। ਠੀਕ ਹੈ ਫਰੈਂਡਸ, ਮੇਰੇ ਲੈਕਚਰ ਨੂੰ ਸ਼ੇਅਰ ਕਰਿਓ ਅਤੇ ਵੱਧ ਤੋਂ ਵੱਧ ਆਪਾਂ ਨੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਦੱਸਣਾ ਬਾਕੀ ਫਰੈਂਡਸ ਨੂੰ ਕਿ ਸਾਡੀ ਤਿਆਰੀ ਚੱਲ ਰਹੀ ਹੈ।
ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਨੂੰ, ਠੀਕ ਹੈ ਨਾ। ਅਤੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਅਤੇ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਏ ਤੁਸੀਂ ਕਮੈਂਟ ਜ਼ਰੂਰ ਕਰਿਓ, ਮੈਂ ਉਹਦਾ ਰਿਪਲਾਈ ਕਰਾਂਗਾ। ਨੈਕਸਟ ਲੈਕਚਰ ਉਹਦਾ ਆਨਸਰ ਜ਼ਰੂਰ ਦੇਵਾਂਗਾ। ਠੀਕ ਹੈ ਫਰੈਂਡਸ, ਥੈਂਕ ਯੂ।